Hello students, welcome to my YouTube channel, The Quest, Mathematics for Engineering, Secondary and Senior Secondary Classes by Toor Sir. Last lecture de which we had already learned about the functions, domain and range of the functions, what are the different types of functions and their graphs. So in this lecture, we are going to start with four fundamental operations on the functions. How we can add two functions, subtract two functions, how we can multiply two functions and how we can divide two functions. So before share, subscribe and bell icon ਤੇ ਪ੍ਰੈਸ ਕਰਨਾ ਨਾ ਭੁੱਲਿਓ ਕਿਉਂਕਿ ਤੁਹਾਨੂੰ ਮੇਰੇ ਨਵੇਂ ਲੈਕਚਰਸ ਦੇ ਨੋਟੀਫਿਕੇਸ਼ਨਸ ਨਾਲ ਮਿਲਦੇ ਰਹਿਣਗੇ ਔਰ ਤੁਹਾਡਾ ਕੋਈ ਵੀ ਲੈਕਚਰ ਜਿਹੜਾ ਹੈ ਉਹ ਮਿਸ ਨਹੀਂ ਹੋਏਗਾ. ਸੋ ਲੈਟਸ ਸਟਾਰਟ ਵਿਦ ਹਾਊ ਵੀ ਕੈਨ ਐਡ ਟੂ ਫੰਕਸ਼ਨਸ. ਫੰਕਸ਼ਨਸ ਟੌਪਿਕ ਦੇ ਇਸ ਲਾਸਟ ਐਕਸਰਸਾਈਜ਼ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਦੋ ਫੰਕਸ਼ਨਸ ਦੇ ਉੱਪਰ ਆਪਾਂ ਜਿਹੜੇ ਚਾਰ ਫੰਡਾਮੈਂਟਲ ਆਪਰੇਸ਼ਨਸ ਨੇ ਉਹ ਆਪਾਂ ਕਿਵੇਂ ਲਗਾ ਸਕਦੇ ਹਾਂ. ਸੋ ਮੈਂ ਇੱਥੇ ਤੁਹਾਨੂੰ ਕੁਝ ਡੈਫੀਨੇਸ਼ਨਸ ਪਹਿਲੇ ਤੋਂ ਲਿਖ ਦਿੱਤੀਆਂ ਨੇ, ਆਪਾਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ. So this is a topic under algebra of real functions. Okay. So ਇੱਥੇ ਆਪਾਂ generally ਦੋ functions ਆਪਾਂ define ਕਰ ਰਹੇ ਹਾਂ. Let f be a function such that domain is any subset of real set of functions. Okay. ਮਤਲਬ x ਜਿਹੜਾ ਹੈ ਉਹ real functions ਦਾ real numbers ਦਾ ਜਿਹੜਾ set ਹੈ ਉਹਦਾ subset ਹੈ. G is another function such that it also from domain and range is this. Be the two real functions where x is subset of R. Then our first topic is how we can add two functions. Addition of two real functions. ਉਹ ਕਿਵੇਂ ਹੋਏਗਾ? ਕਿਵੇਂ ਆਪਾਂ ਉਸ ਫੰਕਸ਼ਨ ਨੂੰ ਡਿਨੋਟ ਕਰ ਸਕਦੇ ਹਾਂ? ਜਿਵੇਂ ਆਪਾਂ ਅਲੱਗ-ਅਲੱਗ ਫੰਕਸ਼ਨ ਨੂੰ ਐਵੇਂ ਡਿਨੋਟ ਕਰਦੇ ਹਾਂ ਨਾ, f ਇਹ ਦੋ ਜਿਹੜੀ ਡਾਟਸ ਨੇ they denote as such that f such that x from the real set of functions. यानी कि ਆਪਾਂ ਬੋਲਦੇ ਹਾਂ ਕਿ ਡੋਮੇਨ ਕਿੰਨੀ ਹੈ ਔਰ ਰੇਂਜ ਕੀ ਹੈ. x is the domain and r is the range set. Okay. ਤਾਂ ਐਡੀਸ਼ਨ ਕੀ ਹੋਏਗਾ ਦੋਨਾਂ ਫੰਕਸ਼ਨਸ ਦਾ? ਇਹਨਾਂ ਦੋਨਾਂ ਫੰਕਸ਼ਨਸ ਦਾ ਐਡੀਸ਼ਨ ਕਿਵੇਂ ਉਸ ਫੰਕਸ਼ਨ ਨੂੰ ਆਪਾਂ ਡਿਨੋਟ ਕਰਾਂਗੇ? f plus g such that domain is x and range is set of real functions, a real number of set. Okay. ਤਾਂ ਉਹਨੂੰ ਆਪਾਂ ਇਸ ਤਰ੍ਹਾਂ ਡਿਫਾਈਨ ਕਰ ਰਹੇ ਹਾਂ f plus g we have ਜਿਵੇਂ fx ਲਿਖਦੇ ਆ ਉਵੇਂ f plus gx ਲਿਖਿਆ ਔਰ ਦੋਨੋਂ ਫੰਕਸ਼ਨ ਜਿਹੜੇ ਆਪਣੇ ਕੋਲ ਅਲੱਗ-ਅਲੱਗ ਫੰਕਸ਼ਨ ਹੋਣਗੇ ਉਹਨਾਂ ਨੂੰ ਆਪਾਂ ਅਲੱਗ-ਅਲੱਗ ਐਡ ਕਰ ਦਾਂਗੇ. For all x belongs to the domain set. ਇਹ ਜਿਹੜੇ ਐਲੀਮੈਂਟਸ ਨੇ ਆਪਾਂ ਡੋਮੇਨ ਸੈਟ ਤੋਂ ਲੈ ਰਹੇ ਹਾਂ ਔਰ ਡੋਮੇਨ ਸੈਟ ਕਿਹਦਾ ਸਬਸੈਟ ਹੈ? ਸੈਟ ਆਫ ਰੀਅਲ ਨੰਬਰਸ. ਓਕੇ. ਸਬਟ੍ਰੈਕਸ਼ਨ ਕਿਵੇਂ ਕਰਾਂਗੇ? ਬਿਲਕੁਲ ਸੇਮ f gx ਦੋਨੋਂ ਫੰਕਸ਼ਨ ਮਤਲਬ ਪਹਿਲੇ ਫੰਕਸ਼ਨ ਵਿੱਚੋਂ दूसरा फंक्शन माइनस कर लेंगे. हाउ वी आर सबट्रैक्टिंग अ रियल फंक्शन फ्रॉम अनदर रियल फंक्शन इन दिस वे. राइट. थर्ड, मल्टीप्लिकेशन ऑफ टू रियल फंक्शंस denoted by that function is denoted by fg such that x to r is defined by fgx. दोनों फंक्शंस ਨੂੰ ਆਪਾਂ ਅਲੱਗ-ਅਲੱਗ ਮਲਟੀਪਲਾਈ ਕਰ ਦਾਂਗੇ. ਉਹਨਾਂ ਦੇ ਜਿਹੜੇ ਵੀ ਆਪਣੇ ਕੋਲ ਫੰਕਸ਼ਨਸ ਦੀ ਵੈਲਿਊ ਹੋਣਗੀਆਂ, ਜਿਹੜੇ ਫੰਕਸ਼ਨਸ ਦੀ ਪੋਲੀਨੋਮੀਅਲ ਜਾਂ ਕਹਿ ਲਓ ਕਿ ਜੋ ਆਪਾਂ ਨੂੰ ਐਕਸਪ੍ਰੈਸ਼ਨ ਦਿੱਤਾ ਹੋਏਗਾ ਉਹਨਾਂ ਨੂੰ ਆਪਾਂ ਅਲੱਗ-ਅਲੱਗ ਜਿਹੜਾ ਹੈ ਉਹ ਮਲਟੀਪਲਾਈ ਕਰ ਦਾਂਗੇ. ਹਾਊ ਵੀ ਕੈਨ ਡਿਵਾਈਡ? ਦੇਖੋ ਫੰਕਸ਼ਨਸ ਦੇ ਕੇਸ ਵਿੱਚ ਆਪਾਂ ਜਿਹੜਾ ਡਿਵੀਜ਼ਨ ਵਰਡ ਹੈ ਉਹਨੂੰ ਆਪਾਂ ਕੋਸ਼ੈਂਟ ਵਰਡ ਯੂਜ਼ ਕਰਾਂਗੇ. ਕੋਸ਼ੈਂਟ ਆਫ ਟੂ ਰੀਅਲ ਫੰਕਸ਼ਨਸ ਮਤਲਬ ਇਹ ਹੁੰਦਾ ਵੀ ਕੋਸ਼ੈਂਟ ਹੀ ਹੈ ਹਨਾ. ਜਿਵੇਂ ਆਪਾਂ ਫ੍ਰੈਕਸ਼ਨਸ ਵੀ ਕਹਿ ਦਿੰਦੇ ਆ ਹਨਾ ਤੇ ਜਿਵੇਂ ਆਪਾਂ ਰੈਸ਼ਨਲ ਨੰਬਰਸ ਵੀ ਕਹਿ ਦਿੰਦੇ ਆ. ਲੇਕਿਨ ਫੰਕਸ਼ਨਸ ਦੇ ਕੇਸ ਦੇ ਵਿੱਚ ਆਪਾਂ f by g ਯਾਨੀ ਕਿ p by q ਜਿਹੜੀ ਫਾਰਮ ਹੁੰਦੀ ਹੈ ਆਪਣੇ ਕੋਲ ਰੈਸ਼ਨਲ ਫਾਰਮ ਦੇ ਵਿੱਚ ਉਹਨੂੰ ਆਪਾਂ ਕੋਸ਼ੈਂਟ ਫਾਰਮ ਕਹਿ ਦਾਂਗੇ. ਸੋ ਕੋਸ਼ੈਂਟ ਆਫ ਟੂ ਰੀਅਲ ਫੰਕਸ਼ਨਸ ਜਾਂ ਕਹਿ ਸਕਦੇ ਹਾਂ ਡਿਵੀਜ਼ਨ ਆਫ ਟੂ ਰੀਅਲ ਫੰਕਸ਼ਨਸ. ਸੋ ਆਪਣੇ ਕੋਲ ਫੰਕਸ਼ਨਸ ਕਿਹੜੇ-ਕਿਹੜੇ ਨੇ? f ਔਰ g. ਰਾਈਟ. ਤਾਂ ਉਹਨਾਂ ਨੂੰ ਆਪਾਂ ਨਵੇਂ ਫੰਕਸ਼ਨ ਆਪਾਂ ਕਿਵੇਂ ਡਿਫਾਈਨ ਕਰ ਰਹੇ ਹਾਂ? f by g x to r is defined by f by g x are all elements from this domain set. ਔਰ ਜਿਹੜੇ ਵੀ ਦੋ ਫੰਕਸ਼ਨ ਆਪਾਂ ਨੂੰ ਦਿੱਤੇ ਹੋਣਗੇ ਉਹਨਾਂ ਨੂੰ ਆਪਾਂ ਅਲੱਗ-ਅਲੱਗ ਜਿਹੜਾ ਹੈ ਡਿਵਾਈਡ ਕਰ ਦਾਂਗੇ. ਫਸਟ ਫੰਕਸ਼ਨ ਡਿਵਾਈਡ ਬਾਈ ਦਿਸ ਤਾਂ ਉਹਦਾ ਆਪਾਂ ਇੱਕ ਕੋਸ਼ੈਂਟ ਲੈ ਲਾਂਗੇ. ਫॉर ऑल x belongs to domain set. ਫਿਫਥ ਆਪਣੇ ਕੋਲ ਜਿਹੜੀ ਡੈਫੀਨੇਸ਼ਨ ਹੈ ਜਿਹੜਾ ਆਪਣੇ ਕੋਲ ਪੁਆਇੰਟ ਹੈ ਜੋ ਆਪਾਂ ਐਗਜ਼ਾਮਪਲਸ ਵਿੱਚ ਯੂਜ਼ ਕਰਾਂਗੇ ਉਹ ਹੈ ਮਲਟੀਪਲੀਕੇਸ਼ਨ ਬਾਈ ਅ ਸਕੇਲਰ. ਇੱਕ ਫੰਕਸ਼ਨ ਨੂੰ ਆਪਾਂ ਇੱਕ ਸਕੇਲਰ ਨਾਲ ਕਿਵੇਂ ਮਲਟੀਪਲਾਈ ਕਰ ਸਕਦੇ ਹਾਂ. ਤਾਂ ਉਹਦੇ ਲਈ ਆਪਣੇ ਕੋਲ ਫੰਕਸ਼ਨ ਕੀ ਬਣੇਗਾ? ਆਪਾਂ ਸਕੇਲਰ ਕਿਹੜਾ ਲੈ ਰਹੇ ਹਾਂ? ਸਕੇਲਰ ਇਜ਼ ਅ ਰੈਂਡਮ ਕਾਂਸਟੈਂਟ ਕੁਆਂਟੀਟੀ. Okay, it can be a constant quantity, it can be an alphabet, it can be anything which we are multiplying with the function. Okay, so we are taking here a scalar as k, kf
from x to r और ਇੱਥੇ ਆਪਾਂ ਕੀ ਕਰ ਰਹੇ ਹਾਂ ਫੰਕਸ਼ਨ ਨੂੰ ਡਿਫਾਈਨ ਕਰ ਰਹੇ ਹਾਂ kf all elements that belong to the domain set ਔਰ ਇਹ ਫੰਕਸ਼ਨ ਦੇ ਨਾਲ that constant will get multiplied ਹੁਣ ਆਪਾਂ ਇਹਦੇ ਕੁਝ ਐਗਜ਼ਾਮਪਲਸ ਕਰਦੇ ਹਾਂ ਔਰ ਤੁਹਾਨੂੰ ਤਾਂ ਥੋੜਾ ਜ਼ਿਆਦਾ ਕਲੀਅਰ ਹੋ ਜਾਏਗਾ ਕਿ ਆਪਾਂ ਕਿਵੇਂ ਫੰਕਸ਼ਨ ਨੂੰ ਜੋੜ ਰਹੇ ਹਾਂ ਕਿਵੇਂ ਸਬਟ੍ਰੈਕਟ ਕਰ ਰਹੇ ਹਾਂ ਕਿਵੇਂ ਮਲਟੀਪਲਾਈ ਕਰ ਰਹੇ ਹਾਂ ਕਿਵੇਂ ਡਿਵਾਈਡ ਕਰ ਰਹੇ ਹਾਂ ਔਰ ਕਿਵੇਂ ਇੱਕ ਸਕੇਲਰ ਦੇ ਨਾਲ ਸਿੰਪਲੀ ਮਲਟੀਪਲਾਈ ਕਰ ਰਹੇ ਹਾਂ ਓਕੇ ਲੈਟਸ ਹੈਵ ਸਮ ਐਗਜ਼ਾਮਪਲਸ तो दो फंक्शंस ਆਪਾਂ डिफाइन कर रहे हैं और मैं पहले भी एक ਲੈਕਚਰ ਵਿੱਚ ਦੱਸਿਆ ਸੀਗਾ ਜਦੋਂ ਆਪਾਂ ਫੰਕਸ਼ਨ ਸਟਾਰਟ ਕੀਤੇ ਸੀਗੇ ਕਿ ਜਦੋਂ ਤੱਕ ਆਪਾਂ ਨਾ ਕਹੀਏ ਉਦੋਂ ਤੱਕ ਤੁਸੀਂ ਅਗਰ ਮੈਂ ਸਿੰਪਲ ਵਰਡ ਵੀ ਫੰਕਸ਼ਨ ਯੂਜ਼ ਕਰ ਰਿਹਾ that means those functions are real functions ਕਿਹੜੇ ਹੁੰਦੇ ਨੇ ਮੈਂ ਰਿਪੀਟ ਕਰ ਦੇਣਾ ਡੈਫੀਨੇਸ਼ਨ ਕਿ ਜਿਨ੍ਹਾਂ ਦੀ ਡੋਮੇਨ ਔਰ ਰੇਂਜ ਦੋਨੋਂ ਸੈਟ ਆਫ ਰੀਅਲ ਨੰਬਰਸ ਹੁੰਦੇ ਨੇ ਜਾਂ ਸੈਟ ਆਫ ਰੀਅਲ ਨੰਬਰ ਦੇ ਸਬਸੈਟਸ ਹੁੰਦੇ ਨੇ ਸੈਟ ਆਫ ਸਬਸੈਟ ਜਿਵੇਂ ਨੈਚੁਰਲ ਨੰਬਰ ਰੈਸ਼ਨਲ ਨੰਬਰਸ ਇਰਰੈਸ਼ਨਲ ਨੰਬਰਸ ਓਕੇ ਤਾਂ ਹੁਣ ਆਪਾਂ ਇੱਥੇ ਜਿਵੇਂ ਸਿੰਪਲ ਵਰਡ ਲਿਖਿਆ ਹੈ ਟੂ ਫੰਕਸ਼ਨਸ ਹੈ ਨਾ ਇੱਥੇ ਦਾ ਐਗਜ਼ਾਮਪਲ ਲਿਖਤਾ ਉਹਨੇ ਟੂ ਰੀਅਲ ਫੰਕਸ਼ਨਸ ਤੇ ਜੇ ਇੱਥੇ ਨਾ ਲਿਖਿਆ ਹੋਵੇ ਟੂ ਫੰਕਸ਼ਨਸ ਹੀ ਲਿਖਿਆ ਹੋਵੇ ਤਾਂ ਮਤਲਬ ਇਹ ਹੋਏਗਾ ਕਿ ਆਪਾਂ ਰੀਅਲ ਫੰਕਸ਼ਨਸ ਨਾਲ ਡੀਲ ਕਰ ਰਹੇ ਹਾਂ ਓਕੇ ਸੋ ਉਹ ਕਹਿ ਰਿਹਾ ਇੱਕ ਫੰਕਸ਼ਨ ਉਹਨੇ ਡਿਫਾਈਨ ਕੀਤਾ the value of the function fx is x square and value of the function gx is 2x plus 1 ਤਾਂ ਇਹ ਕੋਈ ਵੀ ਹੋ ਸਕਦੀ ਹੈ ਵੈਲਿਊ ਰਾਈਟ ਹੁਣ ਉਹ ਕਹਿੰਦਾ ਹੈ ਕਿ ਤੁਸੀਂ ਇਹ ਫਾਈਂਡ ਆਊਟ ਕਰਨਾ ਹੈ ਦੋ ਫੰਕਸ਼ਨਸ ਨੂੰ ਐਡ ਕਰਕੇ ਕਿਹੜਾ ਫੰਕਸ਼ਨ ਬਣੂਗਾ ਯੂ ਵਿਲ ਹੈਵ ਟੂ ਫਾਈਂਡ ਆਊਟ ਸਿਮਿਲਰਲੀ ਸਬਟ੍ਰੈਕਸ਼ਨ ਸਿਮਿਲਰਲੀ ਮਲਟੀਪਲੀਕੇਸ਼ਨ ਮਲਟੀਪਲਾਈ these two functions and get a new function and get a quotient of these two functions यानी कि डिवाइड करना है ਆਪਾਂ पहले फंक्शन नाल दूसरे फंक्शन को डिवाइड करके और ਇੱਥੇ मैं एक तो होर स्केलर ਨੂੰ ਮਲਟੀਪਲਾਈ ਕਰ ਰਿਹਾ scalar is our 5 that is a constant quantity multiplied with the first function okay see how we can do these operations ਹੁਣ f plus gx ਦਾ ਮਤਲਬ ਹੈ ਇੱਕ ਆਪਾਂ ਦੋ ਫੰਕਸ਼ਨ ਨੂੰ ਜੋੜ ਕੇ ਇੱਕ ਅਕੇਲਾ ਫੰਕਸ਼ਨ ਜੋ ਇਹਨਾਂ ਦੋਨਾਂ ਦੇ ਜੋੜਨ ਤੋਂ ਜਿਹੜਾ ਫੰਕਸ਼ਨ ਬਣੇਗਾ ਉਹ ਆਪਾਂ ਬਣਾਉਣਾ ਚਾਹ ਰਹੇ ਹਾਂ ਰਾਈਟ ਤਾਂ ਆ ਡੈਫੀਨੇਸ਼ਨ ਲੱਗ ਰਹੀ ਹੈ ਅਗਰ ਆਪਾਂ f plus gx ਕਰ ਰਹੇ ਹਾਂ ਤਾਂ ਦੋਨੋਂ ਅਲੱਗ-ਅਲੱਗ ਫੰਕਸ਼ਨਸ ਨੂੰ ਆਪਾਂ ਜੋੜ ਦਾਂਗੇ ਤਾਂ ਇੱਥੇ ਆ ਗਿਆ fx plus gx ਹੁਣ ਇਹਨਾਂ ਦੀ ਵੈਲਿਊਜ਼ ਨੂੰ ਜੋੜ ਦਿਓ fx ਦੀ ਵੈਲਿਊ ਕਿੰਨੀ ਹੈ x square gx ਦੀ ਵੈਲਿਊ ਕਿੰਨੀ ਹੈ ਉਹ ਵੀ ਜੋੜ ਦਿਓ 2x plus 1 so this is our new function which we are obtaining which we are getting by adding these two different functions okay but these two different functions are real functions similarly see how we can subtract these two subtracting the g function from f function we are getting fx minus gx so ਇਹਨਾਂ ਦੀ ਅਲੱਗ-ਅਲੱਗ ਤੁਸੀਂ ਵੈਲਿਊ ਭਰ ਦਿਓ x square minus ਦੂਸਰੇ ਫੰਕਸ਼ਨ ਦੀ ਵੈਲਿਊ ਹੈ 2x plus 1 ਤਾਂ ਪਹਿਲੇ ਫੰਕਸ਼ਨ ਵਿੱਚੋਂ ਆਪਾਂ ਦੂਸਰਾ ਫੰਕਸ਼ਨ ਮਾਈਨਸ ਕਰ ਰਹੇ ਹਾਂ you will get this function this is another function ਠੀਕ ਹੈ ਤੇ fx plus gx ਹੁਣ ਇਹ ਦੋ ਫੰਕਸ਼ਨ ਨਹੀਂ ਰਹੇ ਇਹਨਾਂ ਨੂੰ ਜੋੜ ਕੇ ਆਪਾਂ ਇੱਕ ਸਿੰਗਲ ਫੰਕਸ਼ਨ ਬਣਾ ਲਿਆ that's why I am again and again telling you ਕਿ ਇੱਕ ਫੰਕਸ਼ਨ ਬਣ ਗਿਆ f plus g is a function ਇੱਕ ਫੰਕਸ਼ਨ ਹੈ ਠੀਕ ਹੈ ਜੋ ਦੋ ਫੰਕਸ਼ਨਸ ਨੂੰ ਜੋੜਨ ਤੋਂ ਬਾਅਦ ਬਣਿਆ ਜਿਵੇਂ ਇੱਥੇ ਆਪਾਂ ਨੂੰ ਐਗਜ਼ਾਮਪਲ ਤੋਂ ਪਤਾ ਲੱਗ ਰਿਹਾ f ਫੰਕਸ਼ਨ किसी का x स्क्वायर आ किसी का 2x plus 1 दोनों ਨੂੰ ਜੋੜ ਕੇ ਇੱਕ ਫੰਕਸ਼ਨ ਬਣਿਆ ਸਬਟ੍ਰੈਕਟ ਕਰਕੇ ਇੱਕ ਫੰਕਸ਼ਨ ਬਣਿਆ ਹੁਣ ਮਲਟੀਪਲਾਈ ਕਰ ਲੈਂਦੇ ਆ ਤਾਂ ਮਲਟੀਪਲਾਈ ਕਰਨ ਤੋਂ ਬਾਅਦ ਦੋ ਫੰਕਸ਼ਨਸ ਨੂੰ ਆਪਾਂ ਮਲਟੀਪਲਾਈ ਕਰ ਰਹੇ ਹਾਂ ਤਾਂ ਮਲਟੀਪਲਾਈ ਹੋਣ ਤੋਂ ਬਾਅਦ ਉਹ ਵੀ ਇੱਕ ਫੰਕਸ਼ਨ ਬਣ ਜਾਏਗਾ that means you are multiplying x square with 2x plus 1 you will get the answer as 2x x square ਨੂੰ ਅੰਦਰ ਮਲਟੀਪਲਾਈ ਕਰ ਰਹੇ ਹਾਂ ਆਪਾਂ ਤਾਂ 2x cube plus x square so this is a single function now similarly you can divide these two functions ਤਾਂ ਜਦੋਂ ਆਪਾਂ quotient function ਲਵਾਂਗੇ ਤਾਂ x square ਉੱਪਰ ਆ ਜਾਏਗਾ numerator and 2x plus 1 ਨੀਚੇ denominator ਚ ਆ ਜਾਏਗਾ right see ਇਹਨੂੰ ਆਪਾਂ ਕਰਕੇ ਦੇਖ ਲੈਂਦੇ ਹਾਂ ਕੋਈ ਜੀ ਗੱਲ ਨਹੀਂ ਤਾਂ ਇੱਥੇ ਜਦੋਂ ਆਪਾਂ quotient function ਬਣਾ ਰਹੇ ਹਾਂ f by gx this is equal to by definition fx by gx fx ਦੀ value ਆ ਜਾਏਗੀ x square 2x plus 1 so this is a single function that is a quotient function now we are multiplying the fx function with 5 ਤਾਂ fx ਦੀ value put ਕਰ ਦਿੰਦੇ ਆ ਆਪਾਂ ਕਿੰਨੀ ਹੈ x square ਤਾਂ ਨਿਊ ਫੰਕਸ਼ਨ ਕਿਹੜਾ ਆ ਗਿਆ ਸਕੇਲਰ ਮਲਟੀਪਲਾਈ ਤੋਂ ਬਾਅਦ fx square so this is all about the algebra of the functions how we can apply the four fundamental operations on two functions okay ਥੋੜੇ ਜੇ ਫੰਕਸ਼ਨਸ ਦੇ ਡੋਮੇਨ ਐਂਡ ਰੇਂਜ ਦੇ ਕੁਝ ਕੁਐਸਚਨਸ ਕਰ ਲੈਣੇ ਆ ਇਹਦੇ ਕੁਐਸਚਨਸ ਨਾ ਇਨਫਾਈਨਾਈਟ ਬਣ ਸਕਦੇ ਆ ਤੁਹਾਨੂੰ ਇਹਦਾ ਕਨਸੈਪਟ ਸਮਝਣਾ ਪਏਗਾ ਕਿ ਡੋਮੇਨ ਐਂਡ ਰੇਂਜ ਨੂੰ ਕੱਢਣ ਵਾਸਤੇ ਆਪਾਂ ਨੂੰ
पहले की सोचना पएगा, ठीक है। ਡੋਮੇਨ ਦਾ ਮਤਲਬ ਹੁੰਦਾ ਹੈ ਕਿ ਜਿੱਥੋਂ ਆਪਾਂ ਫੰਕਸ਼ਨਸ ਦੇ ਵਿੱਚ x ਵੇਰੀਏਬਲ ਦੀ ਵੈਲਿਊਜ਼ ਭਰਦੇ ਆ ਉਹ ਕਿਹੜਾ ਸੈੱਟ ਹੋਣਾ ਚਾਹੀਦਾ। ਤਾਂ ਤੁਹਾਨੂੰ ਜਦੋਂ ਉਹ ਕਹਿ ਰਿਹਾ ਹੈ ਕਿ ਰੀਅਲ ਫੰਕਸ਼ਨ ਹੈ, ਇਹਦਾ ਮਤਲਬ ਆ ਜਿਹੜਾ ਹੈ ਇਹ ਸੈੱਟ ਆਪਾਂ ਨੂੰ ਡਿਨੋਟ ਕਰਦਾ ਹੈ ਕਿ ਇਸ ਸੈੱਟ ਵਿੱਚੋਂ ਆਪਾਂ x ਦੀ ਵੈਲਿਊਜ਼ ਲਵਾਂਗੇ ਜੋ ਆਪਾਂ ਫੰਕਸ਼ਨ ਦੇ ਵਿੱਚ ਭਰਨੀਆਂ ਨੇ, ਪੁੱਟ ਕਰਨੀਆਂ ਨੇ, ਸਬਸਟੀਟਿਊਟ ਕਰਨੀਆਂ ਨੇ, ਔਰ ਆਫਟਰ ਪੁੱਟਿੰਗ ਦਾ ਵੈਲਿਊਜ਼ ਆਫ x ਵੀ ਆਰ ਗੈਟਿੰਗ ਸਮ ਆਨਸਰ, we are getting some result। और रिजल्ट ਆਪਾਂ ਨੂੰ ਕਿਸ ਸੈੱਟ ਤੋਂ ਬਿਲੋਂਗ ਕਰਨਾ ਚਾਹੀਦਾ ਹੈ ਜਾਂ ਉਸ ਰਿਜ਼ਲਟ ਦਾ ਕਿਹੜਾ ਸੈੱਟ ਬਣ ਰਿਹਾ ਹੈ ਉਹ ਆਪਾਂ ਨੂੰ ਰੇਂਜ ਸੈੱਟ ਦਿੰਦਾ ਹੈ। ਤੇ ਜਿਹੜਾ ਪੂਰੇ ਦਾ ਪੂਰਾ ਸੈੱਟ ਇੱਥੇ ਦਿਖਾਇਆ ਹੁੰਦਾ ਹੈ, ਸ਼ੋ ਕੀਤਾ ਹੁੰਦਾ ਹੈ, ਉਹ ਆਪਾਂ ਨੂੰ ਕੋਡ ਡੋਮੇਨ ਹੁੰਦਾ ਹੈ। ਤੇ ਡੋਮੇਨ ਤੇ ਕੋਡ ਡੋਮੇਨ ਆਪਾਂ ਨੂੰ ਦੱਸ ਰਿਹਾ ਨੇ, ਇਹ ਉਹ ਦੱਸ ਹੀ ਰਿਹਾ ਕਿ ਜਿਹੜਾ ਇਹ ਫੰਕਸ਼ਨ ਹੈ ਉਹਦੀ ਡੋਮੇਨ ਵੀ ਸੈੱਟ ਆਫ ਰੀਅਲ ਨੰਬਰਸ ਨੇ, ਰੇਂਜ ਵੀ ਤੇ ਕੋਡ ਡੋਮੇਨ ਵੀ ਜਿਹੜਾ ਸੈੱਟ ਆਫ ਰੀਅਲ ਨੰਬਰਸ ਹੈਗੇ ਨੇ। ਇਹਦਾ ਮਤਲਬ ਜਦੋਂ ਤੁਸੀਂ ਕਿਸੇ ਵੀ ਫੰਕਸ਼ਨ ਦੀ ਡੋਮੇਨ ਔਰ ਰੇਂਜ ਕੱਢੋਗੇ ਤਾਂ ਤੁਹਾਨੂੰ ਇਹ ਦਿਖਣਾ ਚਾਹੀਦਾ ਹੈ ਕਿ ਯਾਰ ਮੈਂ ਜਿਹੜੇ ਆ ਵੈਲਿਊਜ਼ ਭਰ ਰਿਹਾ x ਦੇ ਵਿੱਚ ਇਹ ਰੀਅਲ ਨੰਬਰ ਹੋਣੇ ਚਾਹੀਦੇ ਨੇ ਤੇ ਜਿਹੜੇ ਮੇਰੇ ਕੋਲ ਆਨਸਰ ਆ ਰਹੇ ਨੇ ਫੰਕਸ਼ਨ ਭਰਨ ਤੋਂ ਬਾਅਦ ਉਹ ਵੀ ਸੈੱਟ ਆਫ ਰੀਅਲ ਨੰਬਰਸ ਦੇ ਅੰਦਰ ਹੋਣੇ, ਉਹ ਲਾਈ ਕਰਨੇ ਚਾਹੀਦੇ ਨੇ, ਬਿਲੋਂਗ ਕਰਨੇ ਚਾਹੀਦੇ ਨੇ। ਜਾਂ ਤਾਂ ਪੂਰੇ ਦਾ ਪੂਰਾ ਰੀਅਲ ਸੈੱਟ ਵੀ ਆ ਸਕਦਾ ਹੈ, ਰੀਅਲ ਨੰਬਰ ਦਾ ਸੈੱਟ, ਜਾਂ ਉਹਦੇ ਵਿੱਚੋਂ ਕੁਝ ਨੰਬਰਸ ਵੀ ਆ ਸਕਦੇ ਨੇ, ਕੁਝ ਸਬਸੈਟਸ ਵੀ ਆ ਸਕਦੇ ਨੇ। ਜਿਵੇਂ ਆਪਾਂ ਮੰਨ ਲਓ ਇਸ ਫੰਕਸ਼ਨ ਕਿਸੇ ਵੀ ਫੰਕਸ਼ਨ ਵਿੱਚ ਭਰਦੇ ਆ ਤਾਂ ਹੋ ਸਕਦਾ ਹੈ ਕਿ ਸੈੱਟ ਆਫ ਨੈਚੁਰਲ ਨੰਬਰ ਆ ਜਾਵੇ, ਤਾਂ ਉਹ ਸੈੱਟ ਆਫ ਨੈਚੁਰਲ ਨੰਬਰ ਸੈੱਟ ਆਫ ਰੀਅਲ ਨੰਬਰਸ ਦਾ ਹੀ ਸਬਸੈਟ ਹੈ ਹਨਾ। ਸੈੱਟ ਆਫ ਰੈਸ਼ਨਲ ਨੰਬਰਸ ਆ ਜਾਣ ਉਹ ਵੀ ਸੈੱਟ ਆਫ ਰੀਅਲ ਨੰਬਰ ਦਾ ਸਬਸੈਟ ਹੈ। ਮਤਲਬ ਮੇਰਾ ਕਹਿਣ ਦਾ ਕਿ ਆਪਾਂ x ਦੀ ਕਿਹੜੀ ਵੈਲਿਊ ਭਰਨੀਆਂ ਨੇ ਉਹ ਵੀ ਆਪਾਂ ਸੈੱਟ ਆਫ ਰੀਅਲ ਨੰਬਰ ਤੋਂ ਲੈਣੀਆਂ ਨੇ ਤੇ ਜਿਹੜਾ ਆਨਸਰ ਆਣਾ ਚਾਹੀਦਾ ਹੈ ਉਹ ਵੀ ਸੈੱਟ ਆਫ ਰੀਅਲ ਨੰਬਰ ਦੇ ਵਿੱਚ ਆਣੇ ਚਾਹੀਦੇ ਨੇ, ਬਿਲੋਂਗ ਕਰਨੇ ਚਾਹੀਦੇ ਨੇ, ਜਾਂ ਉਹਨਾਂ ਦਾ ਕੋਈ ਨਾ ਕੋਈ ਸਬਸੈਟ ਹੋਣਾ ਚਾਹੀਦਾ। ਓਕੇ, ਹੁਣ ਆਪਾਂ ਜਿਵੇਂ ਫਸਟ ਕੁਐਸਚਨ ਹੈ, ਹੁਣ ਜਦੋਂ ਵੀ ਤੁਸੀਂ ਕੁਐਸਚਨ ਨੂੰ ਸਟਾਰਟ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਫੰਕਸ਼ਨ ਲੈ ਲੈਣਾ ਹੈ, ਠੀਕ ਹੈ। ਫੰਕਸ਼ਨ ਇਜ਼ ਦਿਸ। ਹੁਣ x ਕਿਹਦੇ ਤੋਂ ਬਿਲੋਂਗ ਕਰ ਰਿਹਾ ਹੈ? ਸੈੱਟ ਆਫ ਰੀਅਲ ਨੰਬਰ ਤੋਂ। ਹੁਣ ਤੁਸੀਂ ਚਾਹੇ ਤੇ ਫੇਰ ਵਰਕ ਵਿੱਚ ਕਰਕੇ ਦਿਖਾ ਦਿਓ, ਕੋਈ ਉਹ ਗੱਲ ਨਹੀਂ ਹੈ। ਤੁਸੀਂ ਜੋ x ਦੀ ਵੈਲਿਊਜ਼ ਲੈਣੀਆਂ ਨੇ, ਸੈੱਟ ਆਫ ਰੀਅਲ ਨੰਬਰਸ ਕਿਹੜੇ ਹੁੰਦੇ ਨੇ? ਸਾਰੇ ਨੈਚੁਰਲ ਨੰਬਰਸ ਵੀ, ਪੋਜ਼ਿਟਿਵ ਇੰਟੀਜਰਸ ਵੀ, ਨੈਗੇਟਿਵ ਇੰਟੀਜਰਸ ਵੀ, ਡੈਸੀਮਲਸ ਵੀ, ਫ੍ਰੈਕਸ਼ਨਸ ਵੀ, ਰੈਸ਼ਨਲ ਨੰਬਰਸ ਵੀ, ਸਾਰੇ ਰੀਅਲ ਨੰਬਰ ਹੁੰਦੇ ਨੇ, ਰਾਈਟ। ਹੁਣ ਤੁਸੀਂ ਜੋ ਵੀ ਇਹਦੇ ਵਿੱਚ ਵੈਲਿਊ ਭਰੋਗੇ, ਸਪੋਜ਼ ਕਰੋ ਕਿ ਮੈਂ ਇੱਥੇ x ਦੀ ਵੈਲਿਊ 0 ਭਰ ਰਿਹਾ, ਠੀਕ ਹੈ, ਤਾਂ ਫੰਕਸ਼ਨ ਦੀ ਵੈਲਿਊ ਕੀ ਆਏਗੀ ਫਿਰ? 0 ਇਜ਼ 0, ਕਿਉਂਕਿ ਇਹ ਮੋਡੂਲਸ ਫੰਕਸ਼ਨ ਹੈ। ਮੋਡੂਲਸ ਫੰਕਸ਼ਨ ਮੈਂ ਤੁਹਾਨੂੰ ਪਿਛਲੇ ਵਾਰ ਡੈਫੀਨੇਸ਼ਨ ਦੱਸੀ ਸੀਗੀ ਕਿ ਆਪਾਂ ਜੋ ਵੀ x ਦੀ ਵੈਲਿਊ ਭਰਦੇ ਆ ਉਹ ਅੰਦਰ ਮੋਡੂਲਸ ਫੰਕਸ਼ਨ ਦੇ ਅੰਦਰ ਪੋਜ਼ਿਟਿਵ ਹੋ ਜਾਂਦੀ ਹੈ। ਲੇਕਿਨ ਇੱਥੇ ਨੈਗੇਟਿਵ ਦਿੱਤਾ ਹੋਇਆ ਆਪਾਂ ਨੂੰ ਕਿ ਮੋਡੂਲਸ ਤੋਂ ਬਾਹਰ, ਯਾਨੀ ਕਿ ਵੈਲਿਊ ਪੋਜ਼ਿਟਿਵ ਹੋਣ ਤੋਂ ਬਾਅਦ ਫਿਰ ਉਹਦੇ ਉੱਪਰ ਫਿਰ ਨੈਗੇਟਿਵ ਸਾਈਨ ਲਗਾ ਦੇਣਾ ਹੈ, ਰਾਈਟ। ਹੁਣ ਅਗਰ ਮੰਨ ਲਓ ਆਪਾਂ ਕੁਝ ਇੱਕ ਵੈਲਿਊਜ਼ ਭਰਦੇ ਆ, ਜਿਵੇਂ ਆਪਾਂ ਭਰ ਲਈ -1, ਇਹ ਵੀ ਰੀਅਲ ਨੰਬਰ ਹੈ, -2 ਭਰ ਲਿਆ, ਠੀਕ ਹੈ, -1.5 ਭਰ ਲਿਆ, ਇਹ ਡੈਸੀਮਲ ਹੋ ਗਿਆ, ਠੀਕ, 5 ਭਰ ਲਿਆ, 6 ਭਰ ਲਿਆ, ਇਹ ਪੋਜ਼ਿਟਿਵ ਨੰਬਰ ਹੋ ਗਏ। ਕੁਝ ਵੀ ਭਰ ਲਓ ਚਾਹੇ, ਤੇ 7/5 ਭਰ ਲਿਆ, -7/5 ਇਹ ਰੈਸ਼ਨਲ ਨੰਬਰ ਹੋ ਗਿਆ। ਤੇ ਮੈਂ ਤੁਹਾਨੂੰ ਦੱਸ ਰਿਹਾ ਕਿ x ਦੀ ਕੋਈ ਵੀ ਵੈਲਿਊ ਇੱਥੇ ਭਰੋ ਤੁਸੀਂ, ਤਾਂ ਆਪਾਂ ਡੋਮੇਨ ਲੈ ਰਹੇ ਹਾਂ ਨਾ ਉਹਦੀ ਸੈੱਟ ਆਫ ਰੀਅਲ ਨੰਬਰ ਤੋਂ, ਹੈ ਨਾ। ਇਹ ਸਾਰੇ ਰੀਅਲ ਨੰਬਰਸ ਨੇ, ਇਨਫਾਈਨਾਈਟ ਰੀਅਲ ਨੰਬਰਸ, ਓਕੇ। ਤਾਂ ਲੇਕਿਨ ਜੋ fx ਦੀ ਵੈਲਿਊ ਆ ਰਹੀ ਹੈ ਉਹ ਉਹਦੀ ओरिजिनल ਵੈਲਿਊ ਕੀ ਸੀ ਕਿ -1 ਜਿਹੜਾ ਮੋਡੂਲਸ ਫੰਕਸ਼ਨ ਦੇ ਅੰਦਰ ਹੈ, ਠੀਕ ਹੈ, ਉਹ ਅੰਦਰ ਕੀ ਹੋ ਜਾਏਗਾ? -1 ਹੋ ਜਾਏਗਾ +1, ਲੇਕਿਨ ਬਾਹਰ ਫਿਰ ਮਾਈਨਸ ਹੈ ਤਾਂ ਕੀ ਆ ਗਿਆ? -1। ਯਾਨੀ ਕਿ fx ਦੇ ਵਿੱਚ x ਦੀ ਜੋ ਵੀ ਤੁਸੀਂ ਵੈਲਿਊ ਭਰੋਗੇ ਉਹ ਸਾਰੀ ਵੈਲਿਊਜ਼ ਜਿਹੜੀਆਂ ਨੇ ਉਹ ਨੈਗੇਟਿਵ ਹੁੰਦੀਆਂ ਜਾਣਗੀਆਂ। ਹੁਣ ਆ -7/5 ਭਰ ਕੇ ਦੇਖ ਲਓ, -7/5 ਭਰਿਆ ਤੇ ਮੋਡੂਲਸ ਨੇ ਉਹਨੂੰ ਕੀ ਕਰਤਾ? ਅੰਦਰ ਕੀ ਕਰਤਾ? ਪਲੱਸ ਕਰਤਾ, ਲੇਕਿਨ ਬਾਹਰ ਫਿਰ ਮਾਈਨਸ ਹੈ ਤਾਂ -7/5 ਫਿਰ ਹੋ ਗਿਆ, ਰਾਈਟ। ਵੈਲਿਊ ਉਹੀ ਆ ਰਹੀ ਹੈ ਲੇਕਿਨ ਨੈਗੇਟਿਵ ਹੋ ਕੇ ਆ ਰਹੇ ਨੇ। ਇਹਦਾ ਮਤਲਬ ਕੀ ਬਣਿਆ? ਇਹਦਾ ਮਤਲਬ ਸਿੱਧਾ ਜਿਹਾ ਮਤਲਬ ਇਹ ਬਣਿਆ ਕਿ x ਦੀ ਤਾਂ ਆਪਾਂ ਜੋ ਵੀ ਵੈਲਿਊਜ਼ ਲੈ ਰਹੇ ਹਾਂ ਉਹ ਸੈੱਟ ਆਫ ਰੀਅਲ ਨੰਬਰ ਤੋਂ ਲੈ ਰਹੇ ਹਾਂ। ਡੋਮੇਨ ਕੀ ਹੋਈ ਫਿਰ? ਦੇਖੋ ਡੋਮੇਨ ਦਾ ਛੋਟਾ ਨਾਮ ਜਿਹੜਾ ਹੈ ਉਹ ਸਿੰਬੋਲਿਕਲੀ ਆਪਾਂ ਇਹਨੂੰ ਐ ਲਿਖ ਸਕਦੇ ਹਾਂ, ਜ਼ਰੂਰੀ ਨਹੀਂ ਹੈ ਕਿ ਪੂਰਾ ਵਰਡ ਲਿਖਣਾ ਹੈ, ਤੁਸੀਂ df ਲਿਖ ਸਕਦੇ ਹੋ। ਤਾਂ ਡੋਮੇਨ ਕੀ ਹੋਇਆ? ਸੈੱਟ ਆਫ ਰੀਅਲ ਨੰਬਰਸ, ਪੂਰੇ ਦਾ ਪੂਰਾ, ਕਿਉਂਕਿ ਸਾਰੇ ਦੇ ਸਾਰੇ ਸੈੱਟ ਵਿੱਚੋਂ ਸਾਰੇ ਦੇ ਸਾਰੇ ਨੰਬਰਸ ਆਪਾਂ ਯੂਜ਼ ਕਰ ਸਕਦੇ ਹਾਂ ਇਸ ਫੰਕਸ਼ਨ ਦੇ ਵਿੱਚ ਭਰਨ ਵਾਸਤੇ। ਤਾਂ ਆਪਾਂ ਨੂੰ ਡੋਮੇਨ ਤਾਂ ਮਿਲ ਗਈ ਭਾਈ, ਆਪਣੇ ਕੋਲ ਪੂਰਾ ਸੈੱਟ ਹੈ ਜੋ ਆਪਾਂ ਉਸ ਫੰਕਸ਼ਨ ਦੇ ਵਿੱਚ ਭਰ ਸਕਦੇ ਹਾਂ, ਰਾਈਟ, ਪੁੱਟ ਕਰ ਸਕਦੇ। ਹੁਣ ਆ ਗਿਆ ਰੇਂਜ ਦਾ ਮੈਟਰ। ਰੇਂਜ ਤੁਸੀਂ ਦੇਖੋ, ਰੇਂਜ ਦਾ ਮਤਲਬ ਹੁੰਦਾ ਹੈ ਕਿ ਉਹਦਾ ਆਨਸਰ ਕਿੱਥੋਂ ਤੱਕ ਜਾ ਸਕਦਾ ਹੈ, ਕਿਹੜੀਆਂ ਵੈਲਿਊਜ਼ ਲੈ ਸਕਦਾ, ਉਹ ਹੁੰਦੀ ਹੈ ਉਹਦੀ ਰੇਂਜ। ਕਿ ਆਪਾਂ ਡੋਮੇਨ ਭਰੀਏ ਤਾਂ ਕਿੰਨੀ ਦੂਰ ਤੱਕ, ਜਿਵੇਂ ਕਹਿੰਦੇ ਰੇਂਜ ਆ ਹੈ ਤਾਂ ਮੇਰੇ ਹੱਥ ਦੀ ਰੇਂਜ ਕੀ ਹੈ? ਆਹੀ ਰੇਂਜ ਹੈ।
जो भी मैं भरदा रहांगा मेरे हथ की रेंज इन्नी आऊगी बस, वो मतलब है जो भी तुम वैल्यू भरोगे उसकी रेंज कितनी आ रही है, रेंज की आ रही है उसकी। देखो आ तो रियल नंबर ही रहे ने, चाहे मैं पॉजिटिव रियल नंबर भर रहा चाहे नैगेटिव भर रहा, फिर भी मेरे को सारे नैगेटिव रियल नंबर ही आ रहे हैं। तो आप की लिखांगे ऑल नैगेटिव रियल नंबर्स। हुण इनू जरा जे आप इंटरवल में शो करना हो, फिर इंटरवल शो करांगे नैगेटिव रियल नंबर कितों शुरू होंगे ने, राइट -1 तो, राइट, और नैगेटिव जाते रहेंगे इनफाइनाइट, तो क्या आएगा इतने -इंफिनिटी ओपन ब्रैकेट। क्यों ओपन इंफिनिटी पासे ओपन क्यों लिखते हैं, क्योंकि एंड नहीं ना होंगे, इनफाइनाइट मीनस इनफाइनाइट अनंत, राइट। तो एवं भी आप लिख सकते हैं ऑल नैगेटिव रियल नंबर्स, या इनू इंटरवल में भी शो कर सकते हैं, या आप तीसरी एवं भी लिख सकते हैं इनू कि -1 इज लैस दैन fx इज लैस दैन -इंफिनिटी, यानी कि fx की जी रेंज है वो -1 ते -इंफिनिटी दे विच होएगी, इंक्लूडिंग -1। तो -1 भी आप लै ही रहे हैं ਇਹਦੇ ਵਿੱਚ, ਤੇ ਜੇ ਤੁਸੀਂ 0 ਲਵੋ ਵੈਸੇ 0 ਵੀ ਆ ਸਕਦੀ ਹੈ, ਹਾਂ ਬਿਲਕੁਲ ਆ ਸਕਦੀ ਹੈ। ਜਦੋਂ ਆਪਾਂ x ਦੀ ਵੈਲਿਊ 0 ਭਰਾਂਗੇ ਤਾਂ f 0 ਕਿੰਨਾ ਆਵੇਗਾ, ਉਹ ਵੀ 0 ਆ ਜਾਏਗਾ। ਤਾਂ ਤੁਸੀਂ ਇੱਥੇ ਲਿਖ ਸਕਦੇ ਹੋ ਫਿਰ, ਠੀਕ ਹੈ। ਤਾਂ ਇਹਦੀ ਰੇਂਜ ਕੀ ਆਈ 0 to -इंफिनिटी, ऑल नेगेटिव रियल नंबर्स इंक्लूडिंग 0। ਇਹਦੀ रेंज बन गई। डोमेन की आई सारे रियल नंबर सेट, ਤੇ रेंज की आई 0 to इंफिनिटी। समझ आ गया ਹੁਣ ਹੋਰ ਐਗਜ਼ਾਮਪਲਸ ਕਰਦੇ ਆ ਫਿਰ ਤੁਹਾਨੂੰ ਸਮਝ ਆਏਗਾ। ਜਿਵੇਂ ਆ ਸੈਕਿੰਡ ਚੱਕ ਲਓ ਹੁਣ, ਰਾਈਟ, ਇਹ ਹੈ ਆਪਣੇ ਕੋਲ fx is equal to 9 minus x square। ਹੁਣ ਆਪਾਂ ਨੂੰ ਇਹ ਤਾਂ ਪਤਾ ਲੱਗ ਗਿਆ ਕਿ ਇਹਦੀ ਜਿਹੜੀ ਰੇਂਜ ਹੈ, ਸੌਰੀ ਜਿਹੜੀ ਡੋਮੇਨ ਹੈ, ਉਹਦੇ ਜਿਹੜੇ ਆਪਾਂ ਐਲੀਮੈਂਟਸ ਲੈਣੇ ਹਨ, ਕਿ x ਦੇ ਜਿਹੜੇ ਐਲੀਮੈਂਟਸ ਲੈਣੇ ਹੈ ਉਹ ਸੈਟ ਆਫ ਰੀਅਲ ਨੰਬਰਸ ਲੈਣੇ ਹੈ, ਚਾहे पॉजिटिव है चाहे नेगेटिव है। लेकिन x केड़ी वैल्यूज लै सकता है ये भी हुण डिपेंड करता है, ताई आप लवांगे ना। हुण देखो ध्यान नाल इत्थे अंडर रूट है, हुण अंडर रूट दे अंदर ਆਪਾਂ ਹੁਣ तक की सीख चुके हैं कि अंडर रूट के अंदर अपने को पॉजिटिव वैल्यू रहनी चाहिए है, या 0 भी आ सकता है, कोई ऐसी गल नहीं है। नेगेटिव वैल्यू जी है हुण तक डिफाइन नहीं है, नॉट डिफाइन, ते अंदर नेगेटिव वैल्यू नहीं आनी चाहिए अपने अंडर रूट के अंदर, ठीक है। ऐसे ही क्लास ਦੇ ਵਿੱਚ 11 ਦੇ ਵਿੱਚ ਆਪਣੇ ਕੋਲ ਚੈप्टर ਆਏਗਾ ਕੰਪਲੈਕਸ ਨੰਬਰ, ਤਾਂ ਉਹਦੇ ਵਿੱਚ ਅੰਡਰ ਰੂਟ ਦੇ ਅੰਦਰ ਜਿਹੜਾ ਹੈ ਉਹ 네ਗੇਟਿਵ ਆਏਗਾ, ਉਹ ਵਾਲੇ ਉਹ ਚੈप्टर ਆਪਣਾ ਅਲੱਗ ਹੈ। ਜਦੋਂ ਆਪਾਂ ਉਹ ਸਮਝਾਂਗੇ ਤਾਂ ਫਿਰ ਆਪਾਂ ਕਰਾਂਗੇ, ਉਹ ਫਿਰ ਕੰਪਲੈਕਸ ਨੰਬਰਸ ਨੇ, ਉਹ ਫਿਰ ਰੀਅਲ ਨੰਬਰਸ ਨਹੀਂ ਹੈਗੇ, ਰਾਈਟ। ਤਾਂ ਉਹ ਟੌਪਿਕ ਹੀ ਅਲੱਗ ਹੈ, ਟੋਟਲੀ ਡਿਫਰੈਂਟ ਹੈ। ਲੇਕਿਨ ਜਦੋਂ ਰੀਅਲ ਨੰਬਰ ਦੀ ਗੱਲ ਕਰ ਰਹੇ ਹਾਂ ਤਾਂ ਅੰਡਰ ਰੂਟ ਦੇ ਅੰਦਰ ਪੋਜ਼ਿਟਿਵ ਵੈਲਿਊ ਜਾਂ 0 ਆ ਸਕਦੀ ਹੈ, 네ਗੇਟਿਵ ਨਹੀਂ ਆ ਸਕਦਾ। ਇਹਦਾ ਮਤਲਬ ਕੀ ਹੈ ਕਿ ਜਿਹੜਾ ਫੰਕਸ਼ਨ ਹੈ, ਆ ਫੰਕਸ਼ਨ अंडर रूट के अंदर होने करके नेगेटिव नहीं हो सकता, ठीक है। तो पहले आप ये सोचांगे कि या वो कढ़ने की कोशिश करांगे कि x ऐजी केड़ी वैल्यूज ले सकता है, और वैल्यूज केड़ियां होंगी सेट ऑफ रियल नंबर्स विचों, क्योंकि हम सेट ऑफ रियल नंबर तो इनफाइनाइट है, वो तो बहुत सारी वैल्यूज ने जो हो सकता है कि एस अंडर रूट के अंदर नेगेटिव भी पैदा कर दे, है ना। तो फंक्शन अपने को कॉम्प्लैक्स फंक्शन बन जाएगा। आप रियल फंक्शन की गल कर रहे हैं, है ना, तो कॉम्प्लैक्स तो होना नहीं चाहिए। ਇਹਦਾ मतलब उस बड़े सैट विचों ऐजियां केड़ी x की वैल्यूज लेनियां ने कि फंक्शन रियल ही रहे। रियल रहे ना मतलब है कि अंडर रूट दे विच प्लस रहे, नेगेटिव ना आवे। आई थिंक यू आर गेटिंग माय पॉइंट, ओके। तो ਇਹਦਾ मतलब की है कि x की वैल्यू कढण वास्ते फॉर डोमेन df, ठीक है, थानू जेड़ा अंडर रूट के अंदर है ओदी वैल्यू 0 या 0 तो वड्डी होनी चाहिए है, मतलब ना पॉजिटिव। तो पॉजिटिव नंबर केड़े होंदे ने जो 0 तो वड्डे होंदे ने, 0 भी आ सकती है, राइट। तो इत्थे आपां फिर इहनूं सोल्व करते हैं आपां भी x केड़ी वैल्यूज है जिहदे लई अंडर रूट के अंदर वैल्यू जिहड़ी है वो रियल रहेगी, ओके। तो इत्थे आपां नूं कितना आ जाएगा 9 ग्रेटर दैन और इक्वल टू प्लस x स्क्वायर, इहनूं मैं राइट साइड पे ले गया और इनू फिर आप रोटेट कर देने एक्स स्क्वायर इज लेस देन और इक्वल टू 9 और एक्स इज लेस देन और इक्वल टू प्लस -3। स्क्वायर मैं दोनों तरफ अंडर रूट ले लिया, तो इत्थे दा स्क्वायर कैंसिल हो गया, इत्थे आ गया 9 अंडर रूट इज 3, और जदों आप स्क्वायर खोल देने तो आप प्लस माइनस ले लेने। हुण इहदा की मतलब बनिया एक्स इज लेस देन और इक्वल टू प्लस -3, यानी कि एक्स की जिहड़ी वैल्यू है वो -3 और +3 दे विच होनी चाहिए है, राइट। मतलब -3 भी हो सकता है
और -3 और यानी कि ਇਹਨੂੰ ਜੇ ਆਪਾਂ ਇੰਟਰਵਲ ਦੇ ਵਿੱਚ ਲਿਖੀਏ ਤਾਂ x belongs to -3 और +3 इट इज अ क्लोज्ड इंटरवल। ਆਪਾਂ ਇੰਟਰਵਲ ਡਿਸਕਸ ਕੀਤੇ ਸੀ ਨਾ ओपन ਤੇ क्लोज्ड, ਤਾਂ ਉਹ ਮਤਲਬ ਹੈ ਇਹਦਾ ਮਤਲਬ ਆ ਕਿ x ਜਿਹੜਾ ਹੈਗਾ ਉਹ -3 ਵੈਲਿਊ ਵੀ ਲੈ ਸਕਦਾ ਹੈ +3 ਵੈਲਿਊ ਵੀ ਲੈ ਸਕਦਾ ਹੈ, ਠੀਕ ਹੈ। ਔਰ ਇਹਨਾਂ ਦੋਨਾਂ ਦੇ ਵਿੱਚ ਜੋ ਇਨਫਾਈਨਾਈਟ ਵੈਲਿਊਜ਼ ਨੇ, ਕਿਉਂਕਿ ক্লোਜ਼ ਇੰਟਰਵਲ ਔਰ ਓਪਨ ਇੰਟਰਵਲ ਦੇ ਵਿੱਚ ਇਨਫਾਈਨਾਈਟ ਵੈਲਿਊਜ਼ ਹੁੰਦੀਆਂ ਨੇ, ਉਹ ਵੀ ਉਹ ਅਸਿਊਮ ਕਰ ਸਕਦਾ ਹੈ। ਕਰ ਸਕਦਾ ਮੀਨਸ ਉਹ ਵੈਲਿਊਜ਼ ਆਪਾਂ ਲੈ ਸਕਦੇ ਹਾਂ ਔਰ ਇਹਦੇ ਵਿੱਚ ਭਰ ਸਕਦੇ ਹਾਂ। ਉਹਦੇ ਲਈ ਉਹ ਸਾਰੀ ਵੈਲਿਊਜ਼ ਦੇ ਲਈ ਆ ਅੰਡਰ ਰੂਟ ਦੇ ਅੰਦਰ ਜਿਹੜੀ ਵੈਲਿਊ ਹੈ ਫੰਕਸ਼ਨ ਦੀ ਉਹ ਪੋਜ਼ਿਟਿਵ ਰਹੇਗੀ, ਤੇ ਜੇ ਅੰਡਰ ਰੂਟ ਦੇ ਅੰਦਰ ਪੋਜ਼ਿਟਿਵ ਰਹੇਗੀ ਤਾਂ ਟੋਟਲ f(x) ਦੀ ਵੈਲਿਊ ਕੀ ਆਏਗੀ, ਉਹ ਵੀ ਰੀਅਲ ਆਏਗੀ। ਤਾਂ ਆਪਣੇ ਕੋਲ ਡੋਮੇਨ ਕੀ ਹੋਇਆ, ਦੇਖੋ ਜੋ ਵੈਲਿਊਜ਼ ਆਪਾਂ ਲੈ ਰਹੇ ਹਾਂ ਉਹ ਵੀ ਤੁਸੀਂ ਚੈੱਕ ਕਰ ਲਓ ਕਿ ਉਹ ਵੀ ਇੱਕ ਸਬਸੈਟ ਹੈ ਸੈਟ ਆਫ ਰੀਅਲ ਨੰਬਰਸ ਦਾ। ਕਿਉਂ? ਕਿਉਂਕਿ ਇਹ ਸਾਰੇ ਰੀਅਲ ਨੰਬਰ ਤਾਂ ਨਾ ਹੋਏ, ਇਹ ਤਾਂ -3 ਔਰ 10 ਦੇ ਵਿੱਚ ਹੋਏ, ਪਰ ਹੈਗੇ ਤਾਂ ਰੀਅਲ ਨੰਬਰਸ ਹੀ ਨੇ, ਤਾਂ ਫਿਰ ਇਹ ਜਿਹੜਾ ਇੰਟਰਵਲ ਹੈ ਉਹ ਵੀ ਸਬਸੈਟ ਹੈ ਸੈਟ ਆਫ ਰੀਅਲ ਨੰਬਰਸ ਦਾ, ਰਾਈਟ। ਤਾਂ ਡੋਮੇਨ ਆਪਣੇ ਕੋਲ ਆ ਗਈ, ਡੋਮੇਨ ਇਜ਼ x belongs to -3 to 3, okay, and it is subset of R. So this is our domain कि x ਕਿਹੜੀ ਕਿਹੜੀ ਵੈਲਿਊਜ਼ ਲੈ ਸਕਦਾ ਹੈ ਜਿਹਦੇ ਲਈ ਫੰਕਸ਼ਨ ਦੇ ਅੰਦਰ ਜਿਹੜੀ ਵੈਲਿਊ ਹੈ ਉਹ ਪੋਜ਼ਿਟਿਵ ਰਹੇਗੀ। ਹੁਣ ਆ ਵੈਲਿਊਜ਼ ਦੇ ਲਈ ਫੰਕਸ਼ਨ ਦੀ ਵੈਲਿਊ ਕੱਢ ਕੇ ਦੇਖੋ ਜਰਾ, f -3 ਕਰਕੇ ਦੇਖਦੇ ਆ ਕਿੰਨੀ ਵੈਲਿਊ ਆ ਜਾਏਗੀ। 3 -3 ਕਰਾਂਗੇ ਇੱਥੇ 9 - 9 0 ਆ ਜਾਏਗਾ, और f3 करांगे तो कितनी वैल्यू आ जाएगी, ता भी 0 आ जाएगी, यानी कि ये पॉजिटिव रहेगा फंक्शन। तो आप रेंज कटनी आ, ये रेंज कितों जाएगी, कितों तक रेंज हो सकती है एस डोमेन दी वैल्यूज दे लई एदी की रेंज हो सकती है, ये आप हुण करके दिखानी है। सो जो तुसीं एदी एक्सट्रीम वैल्यूज भरोगे, एक्सट्रीम वैल्यू ते फंक्शन दी वैल्यू कितनी आ रही है, -3 भरिया इत्थे ਤਾਂ ਵੀ 0 ਆ ਰਹੀ ਹੈ, +3 ਭਰਿਆ ਤਾਂ ਵੀ 0 ਆ ਰਹੀ ਹੈ। ਹੁਣ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੋਨਾਂ ਐਕਸਟ੍ਰੀਮ ਪੁਆਇੰਟ ਦੇ ਵਿੱਚ ਵੀ ਤਾਂ ਇਨਫਾਈਨਾਈਟ ਨੰਬਰਸ ਨੇ, ਤਾਂ ਫਿਰ ਆਪਾਂ ਰੇਂਜ ਕੱਢਣ ਵਾਸਤੇ ਆ ਦੋ ਐਕਸਟ੍ਰੀਮ ਪੁਆਇੰਟ ਤੇ ਵੀ ਵੈਲਿਊ ਕੱਢ ਲਈ ਤੇ 0 ਤੇ ਵੀ ਕੱਢ ਲਓ, ਫਿਰ ਇਨ ਬਿਟਵੀਨ 0 ਵੀ ਤਾਂ ਹੈਗੀ ਹੈ ਨਾ। 0 ਕੱਢਾਂਗੇ ਤਾਂ ਕਿੰਨਾ ਆ ਜਾਏਗਾ, 9 √ 3। ਤਾਂ ਫੰਕਸ਼ਨ ਦੀ ਵੈਲਿਊ ਜਿਹੜੀ ਹੈਗੀ ਹੈ ਉਹ ਮੈਕਸਿਮਮ ਆ ਹੋਗੀ ਮਿਨੀਮਮ, एक्सट्रीम लेफ्ट और आ हो गया एक्सट्रीम राइट, और ए वैल्यू है इन बिटवीन, राइट, इन बिटवीन द नंबर्स। तो फिर की आया रेंज सेट आ गया, 0 ले सकती है, 0 भी आएगा उसका आंसर, और आ गया मैक्सिमम वैल्यू दैट इज 3। तो रेंज सेट की आ गया अपने को 0 to 3, और डोमेन की आ गया -3 to 3। समझ आ गया होना, दोबारा रिपीट कर देना। एक्स की वो वैल्यूज लैनी है रियल सेट ਦੇ ਵਿੱਚ ਜਿਹੜੇ ਫੰਕਸ਼ਨ ਨੂੰ ਐਜ਼ ਅ ਹੋਲ ਰੀਅਲ ਰੱਖੇ। ਰੀਅਲ ਕਦੋਂ ਰਹੇਗਾ, ਜਦੋਂ ਅੰਦਰ ਅੰਡਰ ਰੂਟ ਦੀ ਵੈਲਿਊ 0 ਤੋਂ ਵੱਡੀ ਰਹੇਗੀ। ਅਗਰ 0 ਤੋਂ ਲੈਸ ਆ ਗਈ ਤਾਂ ਉਹਦਾ ਮਤਲਬ ਆਪਾਂ ਕੰਪਲੈਕਸ ਫੰਕਸ਼ਨਸ ਪਾਸੇ ਟੁਰ ਗਏ ਆ, ਰੀਅਲ ਫੰਕਸ਼ਨਸ ਦੀ ਆਪਾਂ ਗੱਲ ਕਰ ਰਹੇ ਹਾਂ। ਠੀਕ ਹੈ, ਉਹਦਾ ਚੈਪਟਰ ਅਲੱਗ ਹੈ। ਤਾਂ ਇੱਥੇ ਤੁਸੀਂ ਜਦੋਂ ਡੋਮੇਨ ਕੱਢਿਆ ਤਾਂ x ਡੋਮੇਨ ਦਾ ਮਤਲਬ ਹੈ x ਜਿਹੜੀ ਵੈਲਿਊ ਲੈ ਰਿਹਾ ਹੈ ਉਹ -3 ਔਰ 3 ਦੇ ਵਿੱਚ ਇਨਫਾਈਨਾਈਟ ਵੈਲਿਊ ਲੈ ਸਕਦਾ ਹੈ, ਔਰ -3 ਔਰ 3 ਵੈਲਿਊ ਵੀ ਅਜ਼ਿਊਮ ਕਰ ਸਕਦਾ ਹੈ। ਹੁਣ ਰੇਂਜ ਦੀ ਵੈਲਿਊ ਕੱਢਣ ਲੱਗੇ ਤਾਂ ਆਪਾਂ ਪਹਿਲੇ ਤਾਂ ਐਕਸਟ੍ਰੀਮ ਪੁਆਇੰਟਾਂ ਤੇ ਕੱਢ ਲਈ, ਫਿਰ ਆਪਾਂ ਇਨ ਬਿਟਵੀਨ ਵੀ ਇੱਕ ਪੁਆਇੰਟ ਲੈ ਲਿਆ 0, ਉੱਥੇ ਮੈਕਸਿਮਮ ਵੈਲਿਊ ਆਪਣੇ ਕੋਲ 3 ਆ ਰਹੀ ਹੈ, ਰਾਈਟ। ਤਾਂ ਫਿਰ ਉਹਦੀ ਰੇਂਜ ਕੀ ਆਏਗੀ, 0 ਔਰ 3 ਦੇ ਵਿੱਚ ਜਿੰਨੀਆਂ ਵੀ ਸਾਰੀ ਰੀਅਲ ਨੰਬਰ ਵੈਲਿਊਜ਼ ਨੇ ਉਹ ਉਹਦੀ ਰੇਂਜ ਆਏਗੀ। ਹੁਣ ਤੁਸੀਂ ਕਹੋਗੇ 0 ਤੋਂ ਕਿਉਂ ਕੱਢਿਆ, 0 ਤੋਂ ਲੈਸ ਵੀ ਕੱਢ ਸਕਦੇ ਸੀਗੇ। ਹਾਂ ਕੱਢ ਸਕਦੇ ਸੀ, ਕਿਉਂਕਿ ਡੋਮੇਨ ਆਪਣੇ ਕੋਲ -3 ਹੈ, -3 ਦੇ ਤੋਂ ਬਾਅਦ ਤਾਂ ਕਿੰਨੇ ਹੀ ਨੈਗੇਟਿਵ ਪੁਆਇੰਟ ਵੀ ਤਾਂ ਹੈਗੇ ਨੇ ਨਾ, ਤਾਂ ਉਹਨਾਂ ਤੇ ਵੀ ਤੁਸੀਂ ਕੱਢ ਸਕਦੇ ਹੋ, ਲੇਕਿਨ ਉਹ 3 ਤੋਂ ਫਿਰ ਲੈਸ ਹੀ ਆਏਗਾ, ਹੈ ਨਾ। ਮੇਰਾ ਮੈਕਸਿਮਮ ਦੱਸਿਆ ਤੁਹਾਨੂੰ ਵੀ ਮੈਕਸਿਮਮ ਰੇਂਜ ਕਿੰਨੀ ਆ ਸਕਦੀ ਹੈ ਉਹਦੀ, ਤਾਂ ਉਸ ਮੈਕਸਿਮਮ ਰੇਂਜ ਦਾ ਮਤਲਬ ਹੈ 3 ਤੋਂ ਪਹਿਲੇ ਵਾਲੇ ਪੁਆਇੰਟ ਔਰ 0 ਤੋਂ ਅੱਗੇ ਵਾਲੇ ਪੁਆਇੰਟ, ਉਹ ਸਾਰੇ ਸੈਟ ਆਫ ਰੀਅਲ ਨੰਬਰਸ ਨੇ, ਔਰ ਉਹ ਸਾਰੇ ਇਸ ਫੰਕਸ਼ਨ ਦੀ ਰੇਂਜ ਹੈ। ਬਰੋ ਸਮਝ ਆਇਆ ਹੋਣਾ ਇਹ ਦੋ ਐਗਜ਼ਾਮਪਲਸ ਤੋਂ। ਚਲੋ ਇੱਕ ਅੱਧੀ ਆਪਾਂ ਹੋਰ ਕਰਦੇ ਹਾਂ ਐਗਜ਼ਾਮਪਲ। ਹੁਣ ਆਪਾਂ ਥਰਡ ਐਗਜ਼ਾਮਪਲ ਦੇਖਦੇ ਹਾਂ ਜੋ ਆ ਮੈਂ ਇੱਥੇ ਲਿਖੀ ਹੈ। ਉਹ ਕਹਿੰਦਾ x-1 ਦਾ ਮੋਡੂਲਸ ਹੈ, और फंक्शन की है रियल फंक्शन। तो x की वैल्यू की है अपन देखते पता लग रहा है ये x की ਜਿਹੜੀ वैल्यू है और रियल सेट ਦੇ ਹੈ, ਤਾਂ ਆਪਾਂ सेट ऑफ रियल नंबर्स ਵਿੱਚੋਂ ਕੋਈ ਵੀ x ਦੀ वैल्यू ਭਰ ਸਕਦੇ ਹਾਂ, ਜਿੰਨੀ ਮਰਜ਼ੀ, ਜੋ ਮਰਜ਼ੀ, ਚਾਹੇ 네ਗੇਟਿਵ ਹੈ, ਚਾਹੇ 0 ਹੈ, ਚਾਹੇ ਪਲੱਸ ਹੈ, ਚਾਹੇ ਕੋਸ਼ੈਂਟ ਹੈ, ਜੋ ਮਰਜ਼ੀ वैल्यू ਭਰ ਦੋ। ਜਦੋਂ ਤੁਸੀਂ ਕੋਈ ਵੀ वैल्यू ਭਰੋਗੇ, ਜਿਵੇਂ ਆਪਾਂ ਐਗਜ਼ਾਮਪਲ ਲੈਣੇ, ਮੰਨ ਲਓ 0 ਭਰਤਾ ਤਾਂ ਅੰਦਰ ਕਿੰਨਾ ਆਇਆ, 0 - 1 ਕਿੰਨਾ ਆਇਆ, 1। ਠੀਕ ਹੈ, ਆਪਾਂ 1 ਭਰਤਾ ਤਾਂ 1 - 1 ਕਿੰਨਾ ਆ ਗਿਆ, 0। फिर आप 2 भरता तो 2 - 1 कितना आ गया, 1। कोई भी तुसी वैल्यू भरो, चलो नेगेटिव भर देने, है ना, -1 भरो तो -1 - 1, राइट।
-1 और -1 कितना आ गया मॉडुलस के अंदर -2 -2 ਨੂੰ ਮੋਡੂਲਸ ਲਾਵਾਂਗੇ ਤਾਂ ਕਿੰਨਾ ਆ ਗਿਆ 2। ਮੇਰਾ ਕਹਿਣ ਦਾ ਮਤਲਬ ਹੈ x ਦੀ ਵੈਲਿਊ ਆਪਾਂ ਰੀਅਲ ਨੰਬਰ ਸੈੱਟ ਦੇ ਉੱਪਰ ਕੋਈ ਮਰਜ਼ੀ ਭਰ ਲਓ, 네ਗੇਟਿਵ ਪਲੱਸ ਫ੍ਰੈਕਸ਼ਨ ਮਾਈਨਸ ਪਲੱਸ ਜੋ ਮਰਜ਼ੀ, ਵੈਲਿਊ ਹਮੇਸ਼ਾ ਪੋਜ਼ਿਟਿਵ ਆਏਗੀ ਔਰ ਮਿਨੀਮਮ ਵੈਲਿਊ ਕਿਹੜੀ ਆ ਰਹੀ ਹੈ 0 ਆ ਰਹੀ ਹੈ ਇਹਦੇ ਵਿੱਚ, ਰਾਈਟ। ਤਾਂ ਇਹਦੀ ਰੇਂਜ ਕੀ ਬਣੇਗੀ ਫਿਰ, ਸੌਰੀ ਆਪਾਂ ਕਰ ਰਹੇ ਸੀ ਡੋਮੇਨ ਕਰ ਰਹੇ ਹਾਂ ਸੈਟ ਆਫ ਰੀਅਲ ਨੰਬਰ, ਸਾਰੇ ਰੀਅਲ ਨੰਬਰਸ ਲੈ ਰਹੇ ਹਾਂ ਆਪਾਂ, ਤਾਂ ਕੋਈ ਵੀ ਰੀਅਲ ਨੰਬਰ ਇਹਦੇ ਵਿੱਚ ਭਰ ਸਕਦੇ ਹਾਂ, ਦੈਟ ਇਜ਼ ਆਵਰ ਡੋਮੇਨ। ਲੇਕਿਨ ਸੈਟ ਆਫ ਰੀਅਲ ਨੰਬਰ ਤੋਂ ਕੋਈ ਵੀ ਵੈਲਿਊ ਭਰਨ ਤੋਂ ਬਾਅਦ ਕਿਹੜੀ ਵੈਲਿਊਜ਼ ਆ ਰਹੀਆਂ ਨੇ, ਸਿਰਫ ਪੋਜ਼ਿਟਿਵ ਰੀਅਲ ਨੰਬਰਸ ਆ ਰਹੇ ਨੇ। ਤਾਂ ਹੁਣ ਆਪਾਂ ਜਿਵੇਂ ਇੱਥੇ ਲਿਖਿਆ ਸੀਗਾ ਆਲ 네ਗੇਟਿਵ ਰੀਅਲ ਨੰਬਰਸ, ਹੈ ਨਾ, ਇੱਥੇ ਕੀ ਲਿਖਾਂਗੇ ਆਲ ਪੋਜ਼ਿਟਿਵ ਰੀਅਲ ਨੰਬਰਸ ਇੰਕਲੂਡਿਡ 0। ਕਿਵੇਂ ਲਿਖਾਂਗੇ ਫਿਰ 0 ਪੋਜ਼ਿਟਿਵ ਆ ਚੀਜ਼, ਜਿਵੇਂ ਇੱਥੇ 0 ਮਾਈਨਸ ਇਨਫਿਨਿਟੀ ਹੈ ਤੇ 0 ਪਲੱਸ ਇਨਫਿਨਿਟੀ ਹੈ। ਇਹਨੂੰ ਆਪਾਂ 0 ਜ਼ਰੂਰੀ ਨਹੀਂ ਕਿ ਇਸ ਪਾਸੇ ਰੱਖਣੀ ਹੈ, ਤੁਸੀਂ ਇਸ ਪਾਸੇ ਰੱਖ ਸਕਦੇ ਹੋ। ਜਿਵੇਂ ਆ ਸੀਗਾ ਮਾਈਨਸ ਇਨਫਿਨਿਟੀ ਨੂੰ ਲੈਫਟ ਸਾਈਡ ਤੇ ਸਮਾਲ ਬ੍ਰੈਕਟ ਔਰ ਇੱਥੇ ਕਲੋਜ਼ ਬ੍ਰੈਕਟ ਰੱਖ ਲਓ, ਤਾਂ ਮਾਈਨਸ ਇਨਫਿਨਿਟੀ ਟੂ 0। ਦਿਸ ਇਜ਼ ਦ ਐਕਚੁਅਲ ਰਾਈਟ ਮੈਥਡ ਟੂ ਡਿਸਕਸ ਅਬਾਊਟ ਦ 네ਗੇਟਿਵ ਪੁਆਇੰਟਸ। ਔਰ ਇਹ ਹੈ ਆਪਣੇ ਕੋਲ 0 ਟੂ ਇਨਫਿਨਿਟੀ ਆਲ ਪੋਜ਼ਿਟਿਵ ਰੀਅਲ ਨੰਬਰਸ ਇੰਕਲੂਡਿੰਗ 0, ਠੀਕ ਹੈ। ਤਾਂ ਆ ਆਪਾਂ ਕੁਝ ਐਗਜ਼ਾਮਪਲਸ ਕੀਤੀਆਂ ਨੇ, ਆ ਦੇਖੋ 100 ਵਾਲੀ ਸੇਮ ਹੈ, ਆ ਵੀ 100 ਵਾਲੀ ਸੇਮ ਹੈ। ਇਹਨਾਂ ਵਿੱਚੋਂ ਕੋਈ ਇੱਕ ਦਾ ਦੇਖੋ, ਆ ਜਿਹੜਾ 8th ਕੁਐਸਚਨ ਹੈ ਇਹ ਸਾਫ਼ ਹੀ ਨਜ਼ਰ ਆ ਰਿਹਾ ਆਪਾਂ ਨੂੰ, fx x, ਜੋ ਵੀ x ਦੀ ਵੈਲਿਊ ਭਰਾਂਗੇ ਉਹੀ ਉਹਦੀ ਰੇਂਜ ਆ ਜਾਏਗੀ। ਇਹਦਾ ਮਤਲਬ ਕੀ ਬਣਿਆ ਕਿ ਇਹਦੀ ਡੋਮੇਨ ਵੀ ਸੈਟ ਆਫ ਰੀਅਲ ਨੰਬਰ ਹੈ ਔਰ ਰੇਂਜ ਵੀ ਪੂਰੇ ਦਾ ਪੂਰਾ ਸੈਟ ਰੀਅਲ ਨੰਬਰ ਹੈ, यानी कि DF इज R, RF इज R,